ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਸਾਧੂ ਦਇਆਨੰਦ ਤੇ ਮੇਰਾ ਸੰਵਾਦ ਭਾਗ ਤੀਜਾ। ਦੋਹਰਾ। ਜਿਵੇਂ ਭੜੋਲਾ ਚੌਧਰੀ ਉੱਜੜ ਖੇੜੇ ਵਿੱਚ ਤਿਉ ਵਿਦਿਆ ਤੇ ਹੀਨ ਨਰ ਲਏ ਸੁਆਮੀ ਖਿੱਚ। ਵਾਹ ਵਾਹ ਸਭ ਕਹਿ ਰਹੇ ਅਰ ਕਰਕੇ ਵਿਸ਼ਵਾਸ ਆਖਣ ਉਤਰੇ ਵੇਦ ਸਨ ਚਾਰੇ ਰਖੀਆਂ ਪਾਸ। ਦਿਵਸ 3 ਪੂਰੇ ਭਏ ਦਿੰਦਿਆਂ ਜਦ ਵਖਿਆਨ ਚੌਥੇ ਦਿਨ ਦੇ ਵਾਸਤੇ ਲੱਗੇ ਇਹ ਸੁਣਾਨ। ਚੌ ਪਈ ਸਭਨਾਂ ਨੂੰ ਇਹ ਕਿਆ ਸੁਣਾਏ ਜਿਸ ਨੂੰ ਸੰਸਾ ਇਸ ਵਿੱਚ ਕਾਏ। ਸੋ ਹੋਕਰ ਮਨ ਵਿੱਚ ਕਰਾਰਾ ਸੁਆਮੀ ਢਿਗ ਆ ਕਰੇ ਉਚਾਰਾ। ਭਲਕੇ 5 ਵਜੇ ਦੇ ਨਾਲ ਉੱਤਰ ਪ੍ਰਸ਼ਨ ਕਰੇ ਸੰਭਾਲ। ਪਰ ਉਹ ਹੋਕਰ ਆਏ ਤਕੜਾ ਯੁਕਤੀ ਵਿੱਚ ਨਾ ਜਾਏ ਪਕੜਾ। ਨਾਲ ਸੁਆਮੀ ਕਰਨੀ ਗੱਲ ਵੱਡੀ ਮਾਰਨੀ ਹੈ ਕਮਲ। ਵੱਡੇ ਵੱਡੇ ਪੰਡਤ ਜੋ ਗਹਿਰੇ ਇਸ ਦੇ ਸਨਮੁਖ ਕੋਏ ਨਾ ਠਹਿਰੇ। ਸਭ ਡਰ ਜਾਂਦੇ ਇਸ ਦੇ ਅੱਗੇ ਸ਼ੇਰ ਦੇਖ ਜਿਉ ਕੰਬਣ ਢੱਗੇ। ਇਸ ਤਰ੍ਹਾਂ ਦਾ ਚਰਚਾ ਹੋਇਆ ਸਭ ਨੇ ਧੀਰਜ ਮਨ ਦਾ ਖੋਇਆ। ਭਾਵ ਤੀਸਰੇ ਦਿਨ ਸੰਧਿਆ ਵੇਲੇ ਵਖਿਆਨ ਬੰਦ ਕਰਕੇ ਆਖਿਆ ਕਿ ਜਿਸ ਪੁਰਖ ਨੂੰ ਇਸ ਵਿੱਚ ਕੁਝ ਸ਼ੰਕਾ ਹੈ ਸੋ ਉੱਤਰ ਪ੍ਰਸ਼ਨ ਕੱਲ ਨੂੰ ਇਸੇ ਵੇਲੇ ਆ ਕੇ ਕਰ ਸਕਦਾ ਹੈ। ਇਤਨਾ ਸੁਣ ਕੇ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਅਤੇ ਮੈਂ ਵੀ ਆਪਣੇ ਸੱਜਣਾ ਸਮੇਤ ਡੇਰੇ ਆਇਆ। ਉਸ ਸਮੇਂ ਬੈਠ ਕੇ ਬਾਤਾਂ ਕਰਦੇ ਕਰਦੇ ਭਾਈ ਜਵਾਹਰ ਸਿੰਘ ਸਾਹਿਬ ਨੇ ਮੈਨੂੰ ਆਖਿਆ ਕਿ ਅੱਛਾ ਹੋਵੇ ਜੇ ਤੁਸੀਂ ਇਸ ਸਾਧੂ ਨਾਲ ਉੱਤਰ ਪ੍ਰਸ਼ਨ ਕਰੋ ਅਤੇ ਇਸ ਦੇ ਪੱਖ ਦਾ ਖੰਡਨ ਕਰੋ। ਜਿਸ ਨੂੰ ਸੁਣ ਕੇ ਮੈਂ ਅੰਗੀਕਾਰ ਕੀਤਾ ਅਤੇ ਆਖਿਆ ਕਿ ਕੱਲ ਨੂੰ ਜ਼ਰੂਰ ਇਹਨਾਂ ਨਾਲ ਪ੍ਰਸ਼ਨ ਉੱਤਰ ਕਰਾਂਗਾ। ਦੋਹਰਾ। ਭਾਈ ਸਾਹਿਬ ਨੇ ਕਹੀ ਸੁਨੋ ਮੀਤ ਮਨ ਲਾਏ ਨਾਲ ਸਾਧ ਦੇ ਬੋਲਣਾ ਸੌਖੀ ਬਾਤ ਨਾ ਕਾਏ। ਭਾਵ ਭਾਈ ਜਵਾਹਰ ਸਿੰਘ ਜੀ ਹੋਰਾਂ ਨੇ ਮੇਰੇ ਇਸ ਇਕਰਾਰ ਨੂੰ ਸੁਣ ਕੇ ਆਖਿਆ ਕਿ ਪ੍ਰਸ਼ਨ ਉੱਤਰ ਕਰਨਾ ਤਾਂ ਕੋਈ ਵੱਡੀ ਬਾਤ ਨਹੀਂ ਹੈ, ਪਰੰਤੂ ਇਸ ਸਾਧੂ ਨੂੰ ਰੋਜ਼ ਦੇ ਬੋਲਣ ਕਰਕੇ ਪੂਰਾ ਅਭਿਆਸ ਹੋ ਰਿਹਾ ਹੈ ਔਰ ਚਰਚਾ ਦਾ ਢੰਗ ਚੰਗਾ ਜਾਣਦਾ ਹੈ। ਇਸ ਵਾਸਤੇ ਤੁਸੀਂ ਇਤਨਾ ਯਾਦ ਰੱਖਣਾ ਕਿ ਕਿਤੇ ਤੁਹਾਨੂੰ ਵੇਦਾਂ ਦੇ ਚੱਕਰ ਵਿੱਚ ਨਾ ਲੈ ਆਵੇ, ਕਿਉਂਕਿ ਤੁਸੀਂ ਦੇਖਦੇ ਹੋ ਜੋ ਉਹਨਾਂ ਦੇ ਬੋਲਣੇ ਵਿੱਚ ਕਿਸ ਤਰ੍ਹਾਂ ਦੇ ਦਾਉ ਪੇਚ ਹੁੰਦੇ ਹਨ। ਦੋਹਰਾ। ਤਦ ਮੈਂ ਹੱਸ ਕੇ ਆਖਿਆ ਮੈਨੂੰ ਡਰ ਨਾ ਕੁਝ ਸਾਰੀ ਘੁੰਡੀ ਉਸ ਦੀ ਮੈਂ ਲੀਤੀ ਹੈ ਬੁੱਝ। ਭਾਵ ਮੈਨੂੰ ਰਤਨ ਚੰਦ ਦੇ ਬਾਗ ਵਾਲਾ ਝਗੜਾ ਔਰ 3 ਦਿਨਾਂ ਦਾ ਇਹ ਵਖਿਆਨ ਸੁਣ ਕੇ ਇਤਨਾ ਮਾਲੂਮ ਹੋ ਗਿਆ ਸਾ ਕਿ ਇਹ ਇਸ ਤਰ੍ਹਾਂ ਉਖੇੜਾ ਮਾਰਦੇ ਹਨ ਔਰ ਆਪਣੇ ਪ੍ਰਤੀਪੱਖੀ ਨੂੰ ਕਈ ਤਰ੍ਹਾਂ ਦੀਆਂ ਬਾਤਾਂ ਨਾਲ ਚੱਕਰਿਤ ਕਰ ਦਿੰਦੇ ਹਨ। ਜਿਸ ਤੇ ਭਾਈ ਸਾਹਿਬ ਨੂੰ ਆਖਿਆ ਕਿ ਆਪ ਉਸ ਵੇਲੇ ਖੁਦ ਦੇਖੋਗੇ ਜੋ ਕਿਆ ਰੰਗ ਖਿਲੇਗਾ ਔਰ ਮੈਂ ਆਸ਼ਾ ਰੱਖਦਾ ਹਾਂ ਕਿ ਉਹ ਮੇਰੇ ਪ੍ਰਸ਼ਨਾਂ ਦੇ ਉੱਤਰ ਨਹੀਂ ਦੇ ਸਕਣਗੇ। ਇਤਨਾ ਵਿਚਾਰ ਕਰਕੇ ਸਾਰੇ ਆਪੋ ਆਪਣੇ ਸਥਾਨਾਂ ਪਰ ਪਧਾਰ ਗਏ। ਰਾਤ ਵੇਲੇ ਬੈਠ ਕੇ ਮੈਂ ਆਪਣੇ ਚਿੱਤ ਵਿੱਚ ਪ੍ਰਸ਼ਨ ਘੜਨ ਲੱਗਾ ਔਰ ਜੋ ਉਸ ਸਮੇਂ ਵਿੱਚ ਯਾਦ ਆਏ ਸੋ ਕਾਗਜ਼ ਪਰ ਨੰਬਰਵਾਰ ਲਿਖ ਲੀਤੇ ਅਤੇ ਸੌਂ ਗਿਆ। ਫਿਰ ਪ੍ਰਾਤः ਕਾਲ ਉੱਠ ਕੇ ਸਾਰੇ ਦੇ ਸਾਰੇ ਖਿਆਲ ਜੋ ਪੁੱਛਣੇ ਸਨ ਚੰਗੀ ਤਰ੍ਹਾਂ ਲਿਖ ਲੀਤੇ ਅਤੇ ਆਪਣੇ ਆਪ ਨੂੰ ਤਿਆਰ ਕਰ ਲੀਤਾ। ਜਦ ਸੰਧਿਆ ਪਈ ਤਦ ਪੂਰੇ ਵਕਤ ਪਰ ਸੁਆਮੀ ਜੀ ਦੇ ਡੇਰੇ ਪਰ ਪਹੁੰਚੇ ਔਰ ਅੱਗੇ ਕਿਆ ਦੇਖਿਆ ਜੋ ਮੈਦਾਨ ਵਿੱਚ ਦਰੀਆਂ ਵਿਛੀਆਂ ਹੋਈਆਂ ਹਨ, ਜਿਸ ਦੇ ਵਿਚਕਾਰ ਇੱਕ ਮੇਜ਼ ਔਰ ਉਸ ਦੇ ਆਮੋ ਸਾਹਮਣੇ 2 ਕੁਰਸੀਆਂ ਡਿੱਠੀਆਂ ਹੋਈਆਂ ਖਾਲੀ ਪਈਆਂ ਹੋਈਆਂ ਸਨ। ਹੋਰ ਬਹੁਤ ਸਾਰੇ ਲੋਕ ਆ ਕੇ ਦਰੀਆਂ ਪਰ ਬੈਠਦੇ ਜਾਂਦੇ ਸਨ, ਜਿਸ ਦੇ ਥੋੜੇ ਹੀ ਅਰਸੇ ਵਿੱਚ ਬਹੁਤ ਆਦਮੀ ਇਕੱਠੇ ਹੋ ਗਏ ਅਤੇ ਦੇਖ ਰਹੇ ਸਨ ਕਿ ਪੰਡਿਤ ਜੀ ਕਦੋਂ ਆਉਂਦੇ ਹਨ। ਇਤਨੇ ਚਿਰ ਵਿੱਚ ਸਾਧੂ ਜੀ ਆਏ ਗਏ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੇ ਤਾਲੀਆਂ ਵਜਾਈਆਂ ਅਤੇ ਉਹ ਆ ਕੇ ਕੁਰਸੀ ਪਰ ਬੈਠ ਗਏ ਅਤੇ ਬੈਠਦੇ ਸਾਰ ਹੀ ਮੁਖਾਰਬਿੰਦ ਤੇ ਇਹ ਕਥਨ ਕੀਤਾ
ਕਿ ਜਿਸ ਕਿਸੇ ਨੂੰ ਸਾਡੇ ਵਿਖਿਆਨ ਵਿੱਚ ਕੁਛ ਸੰਸ਼ਾ ਹੈ, ਉਹ ਉੱਠ ਕੇ ਕੁਰਸੀ ਪਰ ਬੈਠ ਜਾਏ ਪਰ ਅਰ ਪ੍ਰਸ਼ਨ ਕਰੇ, ਪਰੰਤੂ ਉਸ ਨੂੰ ਯਾਦ ਰੱਖਣਾ ਚਾਹੀਦੇ ਕਿ ਜੋ ਹਾਰ ਜਾਏਗਾ ਉਸ ਨੂੰ ਕੁਰਸੀ ਤੇ ਉਤਰ ਕੇ ਹੇਠਾਂ ਬੈਠਣਾ ਪਵੇਗਾ। ਦੋਹਰਾ। ਇਸ ਬਾਤ ਨੂੰ ਸੁਣਦਿਆਂ ਕੰਬ ਗਏ ਸਭ ਲੋਕ, ਕੁਰਸੀ ਉੱਤੋਂ ਹਾਰ ਕੇ ਗਿਰਨਾ ਜਾਣ ਅਜੋਗ। ਬਿੱਤਰ ਬਿੱਤਰ ਸਨ ਦੇਖਦੇ, ਇੱਕ ਦੂਜੇ ਦੇ ਵੱਲ ਸਨਮੁਖ ਹੋ ਕੇ ਸਾਧਦੇ, ਕਰੇ ਨਾ ਕੋਈ ਗੱਲ। ਪਰ ਇੱਕ ਮੁਸਲਮਾਨ ਸੀ, ਪੜ੍ਹਿਆ ਖੂਬ ਕੁਰਾਨ, 3 ਇਲਹਾਮੀ ਵੇਦ ਪਰ ਚਾਹੀ ਤਰਕ ਉਠਾਨ। ਚੌਪਈ। ਇਤਵਲ ਸੁਆਮੀ ਮੋਟਾ ਭਾਰਾ, ਉਤਿਓ ਪਤਲਾ ਮੀਆਂ ਵਿਚਾਰਾ। ਜਦ ਕੁਰਸੀ ਪਰ ਬੈਠਾ ਆਏ, ਕੰਬਣ ਲੱਗਾ ਅੱਤ ਡਰ ਖਾਏ। ਕੁਰਸੀ ਪਰ ਬੈਠਣ ਦੇ ਵੇਲੇ ਕੰਬਿਆ ਪਾਉਣ ਨਾਲ ਜਿਉਂ ਕੇਲੇ। ਹੇਠਾਂ ਲੱਤਾਂ ਥਰ ਥਰ ਡਰਸਣ, ਉੱਪਰ ਹੱਥ ਨਿਰਤ ਸੀ ਕਰਸਣ। ਅੱਖਾਂ ਅੱਗੇ ਧੁੰਦ ਮਚਾਈ, ਐਸੀ ਉਸ ਨੂੰ ਦਹਿਸ਼ਤ ਆਈ। ਇਧਰ ਸੁਆਮੀ ਊਚ ਪੁਕਾਰੇ, ਕਿਉਂ ਕਾਂਪਤ ਹੋ ਬਨੋ ਕਰਾਰੇ। ਸਾਵਧਾਨ ਹੋਕਰ ਮੁਖ ਬੋਲੋ, ਆਪਣੇ ਮਨ ਦਾ ਪਰਦਾ ਖੋਲੋ। ਕਿਆ ਸ਼ੰਕਾ ਹੈ ਤੁਮਰੀ ਭਾਖੋ, ਗੋਪ ਨਾ ਹਮਰੇ ਆਗੇ ਰਾਖੋ। ਦੋਹਰਾ। ਕਹੀ ਮੌਲਵੀ ਡਰਦਿਆਂ, ਵੇਦ ਨਹੀਂ ਇਲਹਾਮ, ਜਿਸ ਤੇ ਰਚਨਾ ਇਹਨਾਂ ਦੀ ਅਹੇ ਪੁਰਖ ਕੋ ਕਾਮ। ਭਾਵ ਉਸ ਮੌਲਵੀ ਦੇ ਦਿਲ ਵਿੱਚ ਕੁਝ ਐਸਾ ਭੈ ਬੈਠ ਗਿਆ ਜੋ ਅੱਛੀ ਤਰ੍ਹਾਂ ਬੋਲ ਵੀ ਨਹੀਂ ਸਕਦਾ ਸੀ। ਅਰ ਓੜਕ ਨੂੰ ਜਦ ਬੋਲਿਆ ਤਦ ਇਹੋ ਆਖੀ ਕਿ ਵੇਦ ਇਲਹਾਮੀ ਨਹੀਂ ਹਨ, ਕਿਉਂਕਿ ਇਹ ਆਦਮੀਆਂ ਦੇ ਬਣਾਏ ਹੋਏ ਹਨ। ਦੋਹਰਾ। ਬਾਤ ਮੌਲਵੀ ਦੀ ਸੁਣੀ, ਜਦੋਂ ਸਾਧ ਨੇ ਇਹ ਨਾਲ ਮਖੌਲ ਉਡਾਇਆ, ਕੰਬੀ ਜਿਸ ਦੀ ਦੇਹ। ਭਾਵ ਜਦ ਉਸ ਮੌਲਵੀ ਦੀ ਇਤਨੀ ਬਾਤ ਸੁਣੀ ਤਦ ਸਾਧੂ ਦਇਆਨੰਦ ਜੀ ਨੇ ਉਸ ਤੋਂ ਇਸ ਤਰ੍ਹਾਂ ਪੁੱਛਿਆ ਜਿਸ ਤੇ ਉਹ ਸ਼ਰਮਿੰਦਾ ਹੋ ਕੇ ਕੰਬਣ ਲੱਗ ਗਿਆ। ਯਥਾ। साधु, तुम्हारे मत में जगत को कौन बनाता है? मौलवी, हमारी दीनी किताब में सबका पैदा करता खुदा बतलाया है। साधु, तुमको इस दुनिया में कितने उत्पन्न किया है? मौलवी, खुदा ने। साधु, तुम्हारे शरीर को सुख व दुख कौन देता है? मौलवी, खुदा। साधु, तुमको चलाता फिरता कौन है? मौलवी, खुदा। साधु, फिर बुरे कामों का कराने वाला तो खुदा ना हुआ, जिससे तुम्हारा ये कहना कि उसकी आज्ञा से बिना एक जरा भी नहीं हिलता सो मिथ्या हुआ। मौलवी घबरा कर कहने लगा कि मेरा मतलब ये है कि जो कुछ हम करते हैं से खुदा ही हमसे कराता है। साधु, ये तो वही बात है, परंतु हम दुर्जन तोष न्याय से जे मान भी लें तो भी हम के बताओ जो तुमको चलाता फिराता है कौन है? मौलवी, खुदा। साधु, तुमको खिलाता पिलाता कौन है? मौलवी, खुदा। साधु, मालूम होता है कि खुदा तुमको एक खिदमतगार मिल गया है जो तुम्हारी इस तरह खिदमत करता है। खैर, तुम ये तो बताओ कि तुमको कपड़े कौन पहराता है? मौलवी, खुदा। साधु, तुमको हगाता कौन है? मौलवी, चुप। साधु, कह दो कि खुदा। दोहरा। जदे आखी साध ने उसनू खूब सुनाए, सुनने हारे सर्ब ही हसे हिड़ हिड़ाए। भाव जद इस मखौल वाली बात नू सब लोगां ने सुनदियां तद सारे खेड़ खेड़ हस पए। और स्वामी जी ने जब दूजी वेर उसदी वल तक के कहा कि कह दो खुदा, इस पर लोगां ने तालियां मारियां और वह शर्मिंदा हो गया। जिसनू फिर आखिया कि कुर्सी ते हेठ उतर जाओ, तुमको कुछ नहीं आता। तदो बेशर्म हो के दरी पर हो बैठा। दोहरा। खाली कुर्सी हो गई, कहा साध ने फिर आओ कोई होर हुण मन विच होए दलेर। भाव जदों शर्म खा के हेठां बैठा
ਤਦ ਦਇਆਨੰਦ ਜੀ ਨੇ ਫਿਰ ਉੱਚੀ ਆਵਾਜ਼ ਨਾਲ ਕਿਹਾ ਕਿ ਹੁਣ ਕੋਈ ਹੋਰ ਉਠੋ। ਜਿਸ ਪਰ ਇੱਕ ਲਾਹੌਰੀ ਪੰਡਤ ਮੱਥੇ ਨੂੰ ਵੱਡੇ ਟਿੱਕੇ ਲਗਾਏ ਹੋਏ ਉੱਠਿਆ ਔਰ ਬੈਠ ਕੇ ਸੰਸਕ੍ਰਿਤ ਵਿੱਚ ਬੋਲਣ ਲੱਗਾ। ਇਸ ਨੂੰ ਸਾਧੂ ਜੀ ਨੇ ਆਖਿਆ कि तुम संस्कृत नहीं बोल सकोगे, इसलिए भाषा में बोलो। इतनी बात पर ही वो भी शर्मिंदा हो गया और चुप करके हेठां बैठ गया। इस पर फिर लोगों ने तालियां मारियां। दोहरा मेरी वारी तीसरी आए गई फिर मीत, सुन लो साधु नाल मैं कीती जो ये प्रीत। भाव जब साधु जी ने तीजी वेर फिर आखिया कि कोई होर उठो, तद मैं उसी वेले खड़ा हो गया और कुर्सी के पास जाके बोलिया कि स्वामी जी नूं याद रहे जो मेरा मुकाबला जिहा नहीं है जिहा कि होरना दा होया है, किंतु आप अच्छी तरह ख्याल रहे कि अज एक थों एक हो जानी है और मेरा पक्ष वेदां दे ईश्वरी होण दे खंडन पर होवेगा। जिस ते स्वामी जी का धर्म है जो मेरे इस कथन नूं खंडन करे ਅਤੇ ਆਪਣੀ ਯੁਕਤੀਆਂ ਨਾਲ ਵੇਦਾਂ ਨੂੰ ਈਸ਼ਵਰੀ ਸਾਬਤ ਕਰੇ। ਮੇਰੀ ਇਸ ਦਲੇਰੀ ਵਾਲੀ ਬਾਤ ਨੂੰ ਸੁਣ ਕੇ ਸਭ ਲੋਕ ਚੁੱਪ ਹੋ ਗਏ ਔਰ ਸਾਡੇ ਦੋਨਾਂ ਵੱਲ ਤੱਕਣ ਲੱਗੇ। ਦੋਹਰਾ ਸੁਣ ਕੇ ਮੇਰੀ ਬਾਤ ਨੂੰ ਸਮਝਿਆ ਮਨ ਵਿੱਚ ਸਾਧ, ਇਹ ਤਾਂ ਕੋਈ ਪਿੰਡ ਦੀ ਲੱਥੀ ਆਣ ਉਪਾਦ। ਜਿਸ ਦੇ ਉੱਤਰ ਵਿੱਚ ਫਿਰ ਬੋਲੇ ਨਾਲ ਗਰੂਰ, कहो कहो तुम बात अब जो कुछ अहे जरूर। भाव इतनी बात नूं सुनदे सार साधु दे दिल नूं कुछ गुस्सा जिहा आया और उच्चे देख के आखिया कि तुसां ने जो कुछ कहना है सो बैठ के आखो। जिस पर मैं झट कुर्सी पर बैठ गया और अपने प्रसंग नूं इस प्रकार आरंभ किया। यथा प्रश्न। दोहरा जो स्वामी ने 3 दिन दे करके वखियान, वेद कहे हन ईश्वरी से न सत पछान। निराकार ईश्वर है जिसते मुख न दांत, वेद 4 है शब्द सो पद अखर एकांत। भाव स्वामी जी ने 3 दिन वखियान दे के ये पक्ष साबित किया है कि वेद ईश्वर कृत हन, परंतु इस विच मेरी ये शंका है कि वेद बैखारी बाणी रूपी हैं, क्योंकि बाणी 4 प्रकार की है, जिन्हां विचों पहली प्राय, दूजी पसंती, तीजी मध्यमा ਅਤੇ चौथी बैखरी सदाउंदी है। इन्हां विचों भरा बाणी ਉਹ ਹੈ ਜੋ ਅਨਉਦ ਭੂਤ ਸੰਸਕਾਰ ਰੂਪ ਹੋ ਕੇ ਪੁਰਖ ਦੇ ਹਿਰਦੇ ਦੇ ਵਿੱਚ ਰਹਿੰਦੀ ਹੈ। ਅਰਥਾਤ ਉਸ ਦਾ ਸੰਸਕਾਰ ਤਾਂ ਹਿਰਦੇ ਵਿੱਚ ਹੁੰਦਾ ਹੈ ਪਰੰਤੂ ਪ੍ਰਗਟ ਨਹੀਂ ਹੁੰਦੀ। ਜੈਸਾ ਕਿ ਕਈ ਕਿੰਤੂ ਉਹਨਾਂ ਦੀ ਸਿਮਰਤੀ ਜਿਤਨਾ ਚਿਰ ਨਾ ਹੋਵੇ ਉਤਨਾ ਚਿਰ ਉਹ ਅਣਹੋਈਆਂ ਦੇ ਸਮਾਨ ਹੁੰਦੀਆਂ ਹਨ। ਇਸੀ ਵਾਸਤੇ ਭਰਾ ਬਾਣੀ ਦਾ ਗਿਆਨ ਸਿਮਰਤੀ ਹੋਏ ਤੇ ਬਿਨਾ ਉਸ ਦੇ ਆਸਰੇ ਅੰਤਹ ਕਰਨ ਜਾਂ ਪੁਰਖ ਨੂੰ ਵੀ ਨਹੀਂ ਹੋ ਸਕਦਾ। ਜਿਸ ਤੇ ਇਹ ਬਾਤ ਸਭ ਨੂੰ ਅਨੁਭਵ ਸਿੱਧੀ ਹੈ ਕਿ ਸਾਰੇ ਪਦਾਰਥਾਂ ਦਾ ਗਿਆਨ ਇੱਕ ਕਾਲ ਵਿੱਚ ਸਦਾ ਹੀ ਪੁਰਖ ਨੂੰ ਨਹੀਂ ਰਹਿੰਦਾ। ਇਸ ਵਾਸਤੇ ਪਹਿਲੀ ਬਾਣੀ ਤਾਂ ਅਤੀ ਗੁਪਤ ਹੈ ਔਰ ਉਸ ਦਾ ਗਿਆਨ ਉਸ ਦੇ ਆਸਰੇ ਸਥੂਲ ਸਰੀਰ ਅਤੇ ਅੰਤਹ ਕਰਨ ਨੂੰ ਵੀ ਨਹੀਂ ਹੈ। दूसरी बाणी जो पसंती है वो उद्भव संस्कार का नाम है, जिसका तात्पर्य यह है कि जब किसी नमित नूं लैके या सुभाविक कोई ख्याल हृदय विच उत्पत हो जाता है तद उसका नाम पसंती बाणी आखते हैं, क्योंकि यह वार्ता हर एक पुरख प्रति अनुभव सिद्ध है जो कि ਉਹ ਇਕਾਂਤ ਸਥਾਨ ਵਿੱਚ ਬੈਠਾ ਕਈ ਪ੍ਰਕਾਰ ਦੀਆਂ ਬਾਤਾਂ ਜਿਹੜੀਆਂ ਹੋ ਚੁੱਕੀਆਂ ਔਰ ਹੁੰਦੀਆਂ ਅਤੇ ਹੋਣ ਵਾਲੀਆਂ ਹਨ ਉਹਨਾਂ ਦਾ ਚਿੰਤਨ ਕਰ ਸਕਦਾ ਹੈ, ਜਿਸ ਤੇ ਉਸ ਦਾ ਨਾਮ ਇਸ ਪ੍ਰਕਾਰ ਸੂਖਮ ਰੂਪ ਬਾਣੀ ਹੋਣ ਤੇ ਪਸੰਤੀ ਕਰਕੇ ਸੱਦਦੇ ਹਨ। ਤੀਸਰੀ ਬਾਣੀ ਦਾ ਨਾਮ ਮੱਧਮਾ ਹੈ। ਸੋ ਮੱਧਮਾ ਦਾ ਅਰਥ ਵਿਚਕਾਰ ਵਾਲੀ ਹੈ, ਜਿਸ ਦਾ ਭਾਵ ਇਹ ਹੈ
ਕਿ ਜਦ ਉਹ ਪਸੰਤੀ ਚਿੰਤਨ ਕਰਨ ਦੁਆਰੇ ਅਗਲੀ ਅਵਸਥਾ ਨੂੰ ਪਹੁੰਚਦੀ ਹੈ ਤਦ ਆਪਣੇ ਮਨੋਰਥ ਨੂੰ ਪ੍ਰਗਟ ਕਰਨ ਲਈ ਕੰਠ ਵਿੱਚ ਆ ਜਾਂਦੀ ਹੈ। ਫਿਰ ਉਸ ਦਾ ਨਾਮ ਮੱਧਮਾ ਕਰਕੇ ਸੱਦਿਆ ਜਾਂਦਾ ਹੈ, ਜਿਸ ਤੇ ਹਰ ਇੱਕ ਆਦਮੀ ਆਖਦਾ ਸੁਣਿਆ ਜਾਂਦਾ ਹੈ ਕਿ ਮੈਂ ਫਲਾਣੀ ਬਾਤ ਨੂੰ ਆਖਣਾ ਸਾ, ਪਰ ਮੇਰੇ ਕੰਠ ਵਿੱਚ ਹੀ ਰਹਿ ਗਈ, ਕਿਉਂਕਿ ਇਹ ਬਾਣੀ ਭਰਾ ਅਤੇ ਪਸੰਤੀ ਨਾਲੋਂ ਵੱਧ ਕੇ ਕੰਠ ਵਿੱਚ ਆ ਗਈ ਹੈ। ਇਸ ਵਾਸਤੇ ਇਸ ਦਾ ਨਾਮ ਮੱਧਮਾ ਕਰਕੇ ਆਖਿਆ ਜਾਂਦਾ ਹੈ। ਚੌਥੀ ਬੈਖਰੀ ਬਾਣੀ ਉਹ ਹੈ ਜਿਸ ਨੂੰ ਮਨੁੱਖ ਆਪਣੇ ਮੁਖ ਦੁਆਰੇ ਬੋਲ ਕੇ ਸਭ ਪਰ ਪ੍ਰਗਟ ਕਰ ਦਿੰਦਾ ਹੈ। ਅਰੇ ਅੰਖਰ ਰੂਪ ਹੋ ਕੇ ਸਾਰੇ ਬਿਖਰ ਜਾਂਦੀ ਹੈ, ਕਿਉਂਕਿ ਜਿਸ ਵੇਲੇ ਪੁਰਖ ਕਿਸੇ ਪਾਸ ਆਪਣੇ ਮਨੋਰਥ ਨੂੰ ਬਾਣੀ ਨਾਲ ਪ੍ਰਗਟ ਕਰੇਗਾ ਤਦ ਇਹ ਬਾਤ ਜ਼ਰੂਰੀ ਹੋਵੇਗੀ ਜੋ ਅੱਖਰ ਬੋਲਦਾ ਚੱਲਿਆ ਜਾਏਗਾ, ਜਿਸ ਤੇ ਉਹ ਜੁਦੇ ਜੁਦੇ ਅੱਖਰ ਆਪਸ ਵਿੱਚ ਮਿਲ ਕੇ ਪਦ ਬਣਾਉਂਦੇ ਰਹਿਣਗੇ ਔਰ ਉਹ ਪਦ ਅੱਗੇ ਵਾਕ ਬਣਦੇ ਜਾਣਗੇ, ਜਿਸ ਤੇ ਇੱਕ ਬਾਣੀ ਦੀ ਸੂਰਤ ਬਣ ਜਾਏਗੀ। ਇਸ ਬਾਤ ਨੂੰ ਹਰ ਇੱਕ ਆਦਮੀ ਮੰਨਦਾ ਹੈ ਕਿ ਅੱਖਰਾਂ ਦਾ ਸਮੁਦਾਇ ਪਦ ਹੈ ਅਤੇ ਪਦਾਂ ਦੇ ਸਮੁਦਾਇ ਨੂੰ ਵਾਕਿਆ ਆਖਦੇ ਹਨ, ਔਰ ਵਾਕ ਹੀ ਮਿਲ ਕੇ ਇੱਕ ਕਥਾ ਕਹਾਣੀ ਦੀ ਸੂਰਤ ਬਣ ਜਾਂਦੇ ਹਨ, ਜਿਨ੍ਹਾਂ ਨੂੰ ਪੁਰਖ ਇੱਕ ਰੇਖਾ ਦੇ ਢੰਗ ਪਰ ਲਿਆ ਕੇ ਕਾਗਜ਼ ਪਰ ਲਿਖ ਦਿੰਦਾ ਹੈ, ਸੋਈ ਇੱਕ ਪੁਸਤਕ ਜਾਂ ਗ੍ਰੰਥ ਬਣ ਜਾਂਦਾ ਹੈ। ਪਰੰਤੂ ਜਦ ਅਸੀਂ ਇਹਨਾਂ ਚਾਰਾਂ ਵੇਦਾਂ ਨੂੰ ਦੇਖਦੇ ਹਾਂ ਤਦ ਇੱਕ ਬੈਖਾਰੀ ਬਾਣੀ ਜੋ ਅੱਖਰ ਰੂਪ ਹੋ ਕੇ ਵਿਖਰੀ ਹੋਈ ਹੈ ਉਹ ਪਾਉਂਦੇ ਹਾਂ, ਜਿਸ ਤੇ ਵੇਦਾਂ ਦੇ ਮੰਤਰ ਸਾਰੇ 52 ਅੱਖਰਾਂ ਦੁਆਰੇ ਬੋਲੇ ਗਏ ਹਨ, ਔਰ ਉਹ ਅੱਖਰ ਹੀ ਮਿਲ ਕੇ ਪਦ ਅਰ ਪਦ ਹੀ ਮਿਲ ਕੇ ਵਾਕ ਜਾਂ ਮੰਤਰ ਹੋ ਗਏ ਹਨ, ਜਿਸ ਤੇ ਸਾਫ਼ ਪਾਇਆ ਜਾਂਦਾ ਹੈ ਕਿ ਵੇਦ ਭਰਾ ਪਸੰਤੀ ਅਤੇ ਮੱਧਮਾ ਬਾਣੀਆਂ ਨਹੀਂ ਰਹੇ, ਕਿੰਤੂ ਕੇਵਲ ਬੈਖਾਰੀ ਬਾਣੀ ਰੂਪ ਹਨ। ਹੁਣ ਇਸ ਵਿੱਚ ਇਤਨਾ ਪ੍ਰਸ਼ਨ ਹੈ ਕਿ ਬੈਖਾਰੀ ਬਾਣੀ ਅੱਖਰਾਂ ਦੇ ਉਚਾਰਨ ਬਿਨਾ ਨਹੀਂ ਬੋਲੀ ਜਾਂਦੀ, ਕਿਉਂਕਿ ਜਿਤਨਾ ਚਿਰ ਅੱਖਰ ਉਚਾਰ ਨਹੀਂ ਹੋਵੇਗਾ ਉਤਨਾ ਚਿਰ ਕੋਈ ਪਦ ਜਾਂ ਵਾਕ ਨਹੀਂ ਬਣੇਗਾ। ਇਸ ਵਾਸਤੇ ਵੇਦ ਜੋ ਇੱਕ ਅੱਖਰ ਪਦ ਅਤੇ ਵਾਕ ਰੂਪ ਹੈ, ਇਸੀ ਤੇ ਬੈਖਾਰੀ ਬਾਣੀ ਹੈ, ਜੋ ਪੰਜ ਭੂਤਕ ਦੇਹ ਧਾਰੀ ਦੀ ਹੈ, ਤਾਂ ਤੇ ਇਸ ਅੱਖਰਾਂ ਵਾਲੀ ਬੋਲੀ ਦੇ ਉਚਾਰਨ ਲਈ ਅਵੱਛ ਕਿਸੇ ਦੇਹਧਾਰੀ ਦੀ ਲੋੜ ਹੈ, ਕਿਉਂਕਿ ਇਹ ਨਿਯਮ ਹੈ ਜੋ ਸੰਸਕ੍ਰਿਤ ਦੇ ਅੱਖਰਾਂ ਦੇ ਉਚਾਰਨ ਲਈ ਉਹਨਾਂ ਦੇ ਉਪਯੋਗੀ ਸਥਾਨਾਂ ਦੀ ਲੋੜ ਹੈ, ਜੈਸਾ ਕਿ ਕਈ ਅੱਖਰ ਤਾਲੂ ਨਾਲ, ਕਈ ਹੋਠਾਂ ਨਾਲ, ਕਈ ਕੰਠ ਨਾਲ ਅਤੇ ਕਈ ਦੰਦਾਂ ਨਾਲ ਹੀ ਉਚਾਰਨ ਹੁੰਦੇ ਹਨ, ਜਿਸ ਤੇ ਉਹਨਾਂ ਨੂੰ ਤਾਲਵੀ, ਕੰਠੀਏ, ਪੁਸ਼ਟੀ ਅਤੇ ਦੰਤੀ ਆਦਿਕ ਕਰਕੇ ਸੱਦਦੇ ਹਨ। ਜਦ ਇਹ ਨਿਯਮ ਹੈ ਕਿ ਜੋ ਅੱਖਰ ਇਸ ਜਗ੍ਹਾ ਉਚਾਰਨ ਦੇ ਯੋਗ ਹੋਵੇ ਸੇ ਉਸ ਜਗ੍ਹਾ ਉਚਾਰਨ ਕੀਤਾ ਜਾਏ, ਤਦ ਇਹ ਬਾਤ ਮੰਨਣੀ ਪਏਗੀ ਕਿ ਵੇਦਾਂ ਦੇ ਉਚਾਰਨ ਵਾਲਾ ਕੋਈ ਐਸਾ ਪੁਰਸ਼ ਸਾ ਜਿਸ ਦੇ ਕੰਠ, ਤਾਲੂ ਆਦਿਕ ਅੰਗ ਸਨ। ਸੋ ਐਸਾ ਕੇਵਲ ਕੋਈ ਸਥੂਲ ਦੇਹ ਧਾਰੀ ਪੁਰਖ ਹੀ ਹੋ ਸਕਦਾ ਹੈ, ਜਿਸ ਤੇ ਇਹ ਸਾਬਤ ਹੁੰਦਾ ਹੈ ਕਿ ਵੇਦ ਈਸ਼ਵਰਿਆ ਬਾਣੀ ਨਹੀਂ, ਕਿੰਤੂ ਪੌਰਖਿਆ ਅਰਥਾਤ ਕਿਸੇ ਪੁਰਖ ਦੀ ਬਣਾਈ ਹੋਈ ਬੈਖਾਰੀ ਬਾਣੀ ਰੂਪ ਹੈ। ਕਲਪਨਾ ਕਰੋ ਕਿ ਜੇ ਇਸ ਬਾਤ ਨੂੰ ਮੰਨਿਆ ਵੀ ਜਾਏ ਕਿ ਵੇਦ ਈਸ਼ਵਰ ਨੇ ਹੀ ਉਚਾਰਨ ਕੀਤੇ ਹਨ, ਤਦ ਉਸ ਦਾ ਆਕਾਰ ਮਨੁੱਖ ਵਰਗਾ ਅਵੱਛ ਮੰਨਣਾ ਪਵੇਗਾ, ਕਿਉਂਕਿ ਜਿਤਨਾ ਚਿਰ ਇਹ ਨਾ ਮੰਨਿਆ ਜਾਏ ਤਦ ਤੱਕ ਵੇਦਾਂ ਦੇ ਅੱਖਰ ਉਚਾਰਨ ਨਹੀਂ ਹੋਣਗੇ, ਅਰ ਜੇ ਅੱਖਰ ਨਾ ਉਚਾਰੇ ਗਏ ਤਦ ਵੇਦਾਂ ਦੀਆਂ ਰਿਚਾਂ ਜੋ ਬੈਖਾਰੀ ਜਾਂ ਬੈਖਰੀ ਬਾਣੀ ਰੂਪ ਹਨ, ਜਦ ਇਹ ਨਹੀਂ ਬਣਨਗੀਆਂ ਅਤੇ ਜਦ ਇਹ ਨਾ ਬਣੀਆਂ ਤਦ ਇਹ ਚਾਰੇ ਵੇਦ ਵੀ ਨਹੀਂ ਹੋਣਗੇ। ਸਾਥ ਇਹ ਵੀ ਜਾਣਨਾ ਯੋਗ ਹੈ ਕਿ ਬੈਖਰੀ ਬਾਣੀ ਤੋਂ ਪਹਿਲੀਆਂ ਜੋ ਚਾਰੇ ਬਾਣੀਆਂ ਹਨ ਉਹਨਾਂ ਦਾ ਗਿਆਨ ਕਿਸੇ ਨੂੰ ਵੀ ਨਹੀਂ ਹੁੰਦਾ, ਜਿਤਨਾ ਚਿਰ ਉਹ ਅੱਖਰ ਰੂਪ ਹੋ ਕੇ ਨਾ ਵਿਖਰ ਜਾਣ।
ਇਸ ਵਾਸਤੇ ਜੇ ਵੇਦ ਈਸ਼ਵਰ ਦੀ ਪ੍ਰਾ ਜਾਂ ਪਸੰਤੀ ਜਾਂ ਮੱਧਮਾ ਬਾਣੀ ਹੀ ਸਮਝੀ ਜਾਏ ਤਦ ਇਹ ਦੁਖਨ ਆਉਂਦਾ ਹੈ ਜੋ ਉਸ ਦਾ ਗਿਆਨ ਕਿਸੇ ਨੂੰ ਵੀ ਨਾ ਹੋਵੇ, ਕਿਉਂਕਿ ਇਹ ਨਿਯਮ ਹੈ ਜੋ ਬੈਖਰੀ ਬਾਣੀ ਨਾਲ ਹੀ ਸਭ ਨੂੰ ਗਿਆਨ ਹੁੰਦਾ ਹੈ। ਜੈਸਾ ਕਿ ਬਿਨ ਬੋਲੇ ਖੁੱਲੇ ਕਰ ਕੌਣ ਕੁਵਾਰਾ ਕਥਨ ਹੈ। ਇਸ ਜਗ੍ਹਾ ਜੇ ਸੁਆਮੀ ਜੀ ਈਸ਼ਵਰ ਨੂੰ ਸ਼ਰੀਰੀ ਮੰਨਣਗੇ ਔਰ ਵੈਦ ਨੂੰ ਬੈਖਰੀ ਬਾਣੀ ਸਾਬਤ ਕਰਨਗੇ ਤਦ ਇਹ ਦੋਖ ਆਵੇਗਾ ਜੋ ਈਸ਼ਵਰ ਵੀ ਘਟ ਪਦ ਵਾਂਗ ਸਾਕਾਰ ਹੋ ਜਾਣੇ ਸੇ ਨਾਸ਼ੀ ਹੋਵੇਗਾ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।